वाहिगुरू जी का खालसा वाहिगुरू जी की फतेह। ਤੇ ਮੈਂ ਫਤਿਹ 'ਤੇ ਵੀ ਇੱਕ ਮਿੰਟ ਮੈਂ ਲਵਾਂ। ਫਤਿਹ ਦੀ ਗੱਲ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਚੱਲਦੀ ਹੈ ਤਾਂ ਉਹਦਾ ਮਕਸਦ ਸਿਰਫ ਇਹ ਸੀ ਕਿ ਜਦੋਂ ਅਸੀਂ ਕਹਿ ਰਹੇ ਹਾਂ ਕਿ ਵਾਹਿਗੁਰੂ ਜੀ का ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਦਾ ਅਰਥ ਇਹ ਬਣਦਾ ਹੈ ਕਿ ਖਾਲਸਾ ਵੀ ਵਾਹਿਗੁਰੂ ਦਾ ਤੇ ਫਤਿਹ ਵੀ ਵਾਹਿਗੁਰੂ ਦਾ। ਤੇ ਇਹ ਲਫ਼ਜ਼ ਨੇ ਜੋ ਮੈਨੂੰ ਸਮਝ ਆਈ ਹੈ, ਜੋ ਮੈਂ ਮਹਿਸੂਸ ਕਰਦਾ, ਇੱਕ એનર્ਜੀ ਹੈ, ਇੱਕ ਸਿਸਟਮ ਹੈ ਜਿਸ ਨੂੰ ਅਸੀਂ ਅਲੱਗ-ਅਲੱਗ ਨਾਮ ਦਿੱਤੇ ਨੇ। ਕੋਈ ਅੱਲਾ ਕਹਿ ਰਿਹਾ, ਕੋਈ ਰਾਮ ਕਹਿ ਰਿਹਾ, ਕੋਈ ਵਾਹਿਗੁਰੂ ਕਹਿ ਰਿਹਾ, ਕੋਈ ਮਧੂਸੂਦਨ ਕਹਿ ਰਿਹਾ, ਕੋਈ ਅਲੱਗ-ਅਲੱਗ ਬਹੁਤ ਨਾਮ। ਇਹ ਸਿਰਫ ਨਾਮ ਨੇ। ਕੋਈ ਜੇ ਸਾਇੰਟਿਸਟ ਨੂੰ ਪੁੱਛੀਏ ਤਾਂ ਉਹ ਕਹਿੰਦੇ એનર્ਜੀ ਹੈ। ਅਤੇ ਜਦੋਂ ਗੁਰੂ ਨਾਨਕ ਸਾਹਿਬ ਨੂੰ ਵੀ ਪੁੱਛਦੇ ਹਾਂ ਤਾਂ ਅਸੀਂ ਅਰਦਾਸ ਜਦੋਂ ਸਿੱਖ ਮੱਤ ਕਰਦੀ ਹੈ ਤਾਂ ਪ੍ਰਥਮ ਭਗਉਤੀ ਸਿਮਰਿਆ ਗੁਰੂ ਨਾਨਕ ਲਈ ਕਿ ਆਈ ਭਾਵ ਭਗਉਤੀ ਦਾ ਅਰਥ ਬਣਦਾ ਸ਼ਕਤੀ। ਉਹ ਵਿਅਕਤੀ ਨਹੀਂ ਹੈ, ਸ਼ਕਤੀ ਹੈ। ਅਤੇ ਉਹ ਅਲੱਗ-ਅਲੱਗ ਨਾਮ ਸਾਨੂੰ ਦਿੱਤੇ ਗਏ। ਹੁਣ ਉਹ ਨਾਮ ਹੈ ਮਜ਼ਹਬ। ਜੋ ਵਿਅਕਤੀਤਾ ਦੀ ਗੱਲ ਇਹਨਾਂ ਨੇ ਕੀਤੀ ਉਹਦੇ 'ਤੇ ਮੈਂ ਗੱਲ ਇਹ ਕਹਿਣਾ ਚਾਹੁੰਦਾ ਕਿ ਜਿਹੜੇ ਮਜ਼ਹਬ ਨੇ ਉਹ ਅਲੱਗ ਚੀਜ਼ ਹੈ, ਜੋ ਧਰਮ ਹੈ ਉਹ ਅਲੱਗ ਚੀਜ਼। ਮਜ਼ਹਬ ਦਾ ਮੀਨਿੰਗ ਕੀ ਹੈ ਅਤੇ ਕਿੱਥੋਂ ਸ਼ੁਰੂ ਹੋਇਆ, ਕੰਮ ਕੀ? ਮੈਂ ਇੱਕ ਮਿੰਟ 'ਚ ਆਪਾਂ ਗੱਲ ਕਰੀਏ ਵੀ ਕੀ ਮਜ਼ਹਬ ਜਿਹੜੇ ਨੇ। ਜਿਵੇਂ ਕੋਈ ਭਾਵੇਂ ਸਨਾਤਨ ਮੱਤ ਹੈ ਜਿਹਨੂੰ ਅਸੀਂ ਹਿੰਦੂ ਮੱਤ ਕਹਿ ਦਿੰਦੇ ਹਾਂ, ਜੈਨ ਮੱਤ ਹੈ, ਬੌਧ ਮੱਤ ਹੈ, ਸਿੱਖ ਮੱਤ ਹੈ, ਉਹ ਸਾਰੇ ਮੱਤ ਨੇ। ਉਹ ਮੱਤ ਕੀ ਹੈ? ਇੱਕ ਸਮਝ, ਇੱਕ ਰਾਹ ਲੱਭ ਲਿਆ ਵੀ ਇੱਧਰ ਨੂੰ ਤੋਂ। ਅਤੇ ਇਹਨੂੰ ਮੈਂ ਐਵੇਂ ਕਹਿਣਾ ਹੁੰਦਾ, ਜਿਹੜੀ ਮੇਰਾ ਢੰਗ ਹੈ ਕਹਿਣ ਦਾ, ਸਮਝਾਉਣ ਦਾ, ਉਹ ਐਵੇਂ ਹੈ ਕਿ ਮੰਨ ਲਿਆ ਜਾਵੇ ਕਿ ਇੱਕ ਬੰਦਾ ਸੁਬਾਹ ਹਿੰਦੂ ਹੈ, ਉਹ ਦੁਪਹਿਰੇ ਮੁਸਲਮਾਨ ਬਣ ਗਿਆ ਏ ਤਾਂ ਕੀ ਬਦਲ ਗਿਆ? ਉਹਦਾ ਮੂੰਹ ਮੱਥਾ ਬਦਲ ਗਿਆ, ਉਹਦੇ ਨੈਣ ਨਕਸ਼ ਬਦਲ ਗਏ, ਉਹਦੇ ਹੱਥ ਪੈਰ ਬਦਲ ਗਏ ਨੇ? ਨਹੀਂ, ਉਹਦੀ ਸੋਚ ਬਦਲ ਗਈ, ਉਹਦੇ ਵਿਚਾਰ ਬਦਲ ਗਏ। ਇੱਕ ਦੁਪਹਿਰੇ ਮੁਸਲਮਾਨ ਹੈ ਅਤੇ ਫਿਰ ਉਹ ਜੈਨੀ ਬਣ ਗਿਆ, ਜੈਨ ਧਰਮ ਨੂੰ ਉਹਨੇ ਅਪਣਾ ਲਿਆ ਜਾਂ ਬੌਧ ਧਰਮ ਨੂੰ ਉਹਨੇ ਅਪਣਾ ਲਿਆ, ਤਾਂ ਕੀ ਬਦਲਿਆ? ਹੱਥ ਪੈਰ ਬਦਲੇ, ਮੂੰਹ ਮੱਥਾ ਬਦਲਿਆ? ਨਹੀਂ, ਉਹਦੀ ਸੋਚ ਬਦਲ ਗਈ, ਉਹਦੇ ਵਿਚਾਰ ਬਦਲ ਗਏ। ਫਿਰ ਉਹੀ ਬੰਦਾ ਅਗਲੇ ਦਿਨ ਅੰਮ੍ਰਿਤ ਛਕ ਲੈਂਦਾ। ਉਹ ਕਹਿੰਦਾ ਮੈਂ ਅੰਮ੍ਰਿਤਧਾਰੀ ਹੋ ਜਾਣਾ, ਮੈਂ ਸਿੱਖ ਬਣ ਗਿਆ, ਖਾਲਸਾ ਬਣ ਗਿਆ, ਅੰਮ੍ਰਿਤ ਛਕ ਲਿਆ। ਤਾਂ ਕੀ ਬਦਲਿਆ? ਮੂੰਹ ਮੱਥਾ ਬਦਲ ਗਿਆ, ਉਹਦੇ ਨੈਣ ਨਕਸ਼ ਬਦਲ ਗਏ ਨੇ? ਨਹੀਂ, ਵਿਚਾਰ ਬਦਲ ਗਏ। ਇੱਕ ਵਿਚਾਰ ਦਾ ਨਾਮ ਹੈ ਹਿੰਦੂ, ਇੱਕ ਵਿਚਾਰ ਦਾ ਨਾਮ ਹੈ ਸਿੱਖ, ਇੱਕ ਵਿਚਾਰ ਦਾ ਨਾਮ ਹੈ ਇਸਲਾਮ ਮਤ। ਮੇਰੇ ਲਈ ਇਸ ਤੋਂ ਅੱਗੇ ਕੁਛ ਨਹੀਂ, ਇੱਕ ਵਿਚਾਰ। ਅਤੇ ਸਾਰੇ ਵਿਚਾਰਾਂ ਦਾ ਮਤਲਬ ਸਤਿਕਾਰ ਕਰਦੇ, ਦਿਲ ਦੀ ਗਹਿਰਾਈਆਂ ਤੋਂ ਸਤਿਕਾਰ, ਹਰੇਕ ਦਾ ਬਹੁਤ ਜ਼ਿਆਦਾ। ਪਰ ਉਹ ਵਿਚਾਰ ਐਵੇਂ ਹੈ ਕਿ ਉਹ ਵਿਚਾਰ 'ਤੇ ਚੱਲ ਕੇ ਜੇ ਸਾਨੂੰ ਕਿਸੇ ਨੇ ਸੇਧ ਦਿੱਤੀ ਹੈ, ਮੰਨ ਲਓ ਵੀ ਕੋਈ ਸਾਨੂੰ ਦੱਸ ਰਿਹਾ, ਉਹਦੇ ਮੁਤਾਬਿਕ ਚੱਲ ਕੇ ਆਪਣੇ ਜੀਵਨ ਨੂੰ ਸਮਝਣਾ ਸੀ। ਪਰ ਆਪਣੇ ਜੀਵਨ ਨੂੰ ਸਮਝਣ ਦੀ ਬਜਾਏ ਹੋਇਆ ਕੀ ਹੈ? ਹੋਇਆ ਇਹ ਹੈ ਜੋ ਮੈਂ ਮਹਿਸੂਸ ਕਰਦਾ, ਮਜ਼ਹਬ ਦੇ ਵਿੱਚ ਵੀ ਫਸ ਕੇ ਬੰਦਾ ਰਹਿ ਗਿਆ। ਮਜ਼ਹਬ ਤੋਂ ਅੱਗੇ ਜਾਣਾ ਸੀ, ਮਜ਼ਹਬ ਤੋਂ ਅੱਗੇ ਪਹੁੰਚਣਾ ਸੀ, ਪਰ ਅੱਗੇ ਪਹੁੰਚਣ ਦੀ ਬਜਾਏ ਉੱਥੇ ਹੀ ਫਸ ਗਿਆ। ਕਿਉਂਕਿ ਸਾਨੂੰ ਫਸਾਉਣ ਵਾਲੇ ਬਹੁਤ ਬੈਠੇ, ਉਹ ਕਦੇ ਨਹੀਂ ਚਾਹਣਗੇ ਕਿ ਇਹਦੀ ਕੋਈ ਜਾਗਰਤੀ ਆ ਜਾਵੇ। ਅਤੇ ਇਹਦੇ 'ਤੇ ਮੈਂ ਜਿਹੜੀ ਉਦਾਹਰਨਾਂ, ਜਿਹੜੀ ਆਪਣੀ ਹੁਣੀ ਗੱਲ ਹੋਈ ਹੈ ਕਿ ਮੈਂ ਗੱਲ ਕਰਾਂਗਾ ਕਿ ਨਹੀਂ ਕਰਾਂਗਾ, ਉਦਾਹਰਨ ਕੀ ਇਹਨੂੰ ਪਕੜ ਲੈਣਾ ਜੋ ਮੈਨੂੰ ਮਹਿਸੂਸ ਹੁੰਦਾ। ਮਹਾਤਮਾ ਬੁੱਧ ਜਿੱਥੇ ਪੈਦਾ ਹੋਏ ਨੇ ਉਹ ਘਰ ਹਿੰਦੂ ਮੱਤ ਦਾ ਘਰ ਹੈ, ਉਹ ਕੱਟੜ ਹਿੰਦੂ ਨੇ ਅਤੇ ਆਰਤੀ ਪੂਜਾ ਸਾਰਾ ਕੁਛ ਉੱਥੇ ਸਭ ਕੁਛ ਹੋ ਰਿਹਾ। ਅਤੇ ਉਹ ਸਿਧਾਰਥ ਨੂੰ ਜਦੋਂ ਉਹਨਾਂ ਦਾ ਜਨਮ ਹੋਇਆ, ਜਿਹਨੂੰ ਕਹਿੰਦੇ ਵੀ ਮਹਾਤਮਾ ਬੁੱਧ ਸਿਧਾਰਥ ਨੇ ਪਹਿਲਾਂ, ਉਹਨਾਂ ਦਾ ਜਦੋਂ ਜਨਮ ਹੋਇਆ ਅਤੇ ਉਦੋਂ ਕਹਿੰਦੇ ਕੋਈ ਜੋਗੀ ਆਏ ਸੀ, ਜੋਤਸ਼ੀ ਆਏ ਸੀ, ਅਤੇ ਉਹਨਾਂ ਨੇ ਦੇਖ ਕੇ ਕੁਛ ਦੱਸਿਆ ਸੀ। ਕਹਿੰਦੇ ਵੀ ਇਹਦੇ ਭਾਗਾਂ ਦੇ ਵਿੱਚ ਰਾਜਯੋਗ ਨਹੀਂ ਹੈ, ਜੋ
ਉਹਨਾਂ ਨੂੰ ਲੱਗਿਆ ਅੱਛਾ ਜੀ ਕੀ ਕਰੀਏ, ਕਹਿੰਦੇ ਜੀ ਇਹਨੂੰ ਦੁੱਖ ਨਹੀਂ ਹੋਣ ਦੇਣਾ, ਕਦੇ ਵੀ ਸੁੱਖਾਂ 'ਚ ਰੱਖ। ਹੋਇਆ ਕੀ ਹੈ ਕਿ ਉਹ ਹਿੰਦੂ ਮਤ ਦੇ ਵਿੱਚ ਸੀ, ਕੱਟੜ ਹਿੰਦੂ ਸਨ, ਉਸੇ ਵਿੱਚੋਂ ਹੀ ਉਹ ਬੌਧ ਧਰਮ ਵੱਲ ਚਲੇ, ਸਮਝ ਅੱਗੇ ਵੱਧ ਗਈ। ਤੇ ਜਿਹੜਾ ਪੁਜਾਰੀ ਵਰਗ ਹੈ ਉਹ ਕਹਿ ਰਿਹਾ ਸਮਝ ਵਧਣ ਹੀ ਨਹੀਂ ਦੇਣੀ, ਜਦੋਂ ਸਮਝ ਹੈ ਉਦੋਂ ਵਿਅਕਤੀ ਹੈ, ਜੇ ਸਮਝ ਨਹੀਂ ਹੈ ਉਹ ਵਿਅਕਤੀ ਨਹੀਂ ਹੈ, ਇਹਨੂੰ ਪਕੜ ਲੈ। ਸਮਝ ਦਾ ਮਤਲਬ ਹੀ ਵਿਅਕਤੀ ਹੈ, ਸਮਝ ਦਾ ਨਾਮ ਹੀ ਵਿਅਕਤੀ ਹੈ। ਪੁਜਾਰੀ ਵਰਗ ਕਹਿੰਦਾ ਸਮਝ ਆਉਣੀ ਨਹੀਂ ਦੇਣੀ, ਤੈਨੂੰ ਬਚਪਨ ਤੋਂ ਹੀ ਤੈਨੂੰ ਅੰਮ੍ਰਿਤ ਛਕਾ ਦਿੰਦੇ, ਤੈਨੂੰ ਆਹ ਕਰ ਦਿੰਦੇ, ਬਚਪਨ ਤੋਂ ਦੱਸ ਦਿਓ ਐਵੇਂ ਕਰਨਾ ਐਵੇਂ ਕਰਨਾ ਐਵੇਂ ਕਰਨਾ, ਸਮਝ ਉਹਦੀ ਵਧਣੀ ਪਹਿਲਾਂ ਹੀ ਦੱਸਤਾ ਐਵੇਂ 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 ਕਰਨਾ, ਤੂੰ ਵਿਚਾਰਾ ਉਵੇਂ ਉਵੇਂ ਕਰੀ। ਤੇ ਹੁਣ ਜਿਹਨੂੰ ਆਪਾਂ ਕਹਿੰਦੇ ਹੁੰਦੇ ਕਿ ਪੁਜਾਰੀ ਵਰਗ ਟ੍ਰੇਨਡ ਕਰ ਰਿਹਾ, ਇੰਟੈਲੀਜੈਂਟ ਨਹੀਂ ਬਣਾਉਣਾ ਚਾਹੁੰਦਾ, ਮਤਲਬ ਆਪਾਂ ਇਹ ਨਹੀਂ ਕਹਿੰਦੇ ਐਜੂਕੇਟਡ ਨਹੀਂ ਬਣਾਉਣਾ ਚਾਹੁੰਦਾ, ਉਹ ਟ੍ਰੇਨਡ ਕਰਨਾ ਚਾਹੁੰਦਾ। ਟ੍ਰੇਨਡ ਕਰ, ਇਹਨੂੰ ਇਸ ਚੀਜ਼ 'ਚ ਟ੍ਰੇਨ ਕਰ ਦਿਓ, ਇਹਨੂੰ ਇਸ ਚੀਜ਼ 'ਚ ਟ੍ਰੇਨਡ ਕਰ ਦਿਓ, ਵਿਅਕਤੀ ਤਾਂ ਖਤਮ ਹੋ, ਵਿਅਕਤੀ ਬਚੇ। ਹੁਣ ਜਦੋਂ ਵਿਅਕਤੀ ਸੀ ਤੇ ਉਸ ਨੇ ਉਸੇ ਜਾਲ ਦੇ ਵਿੱਚੋਂ ਨਿਕਲ ਕੇ ਮਹਾਤਮਾ ਬੁੱਧ ਬਣ, ਉਹੀ ਸਿਧਾਰਥ ਮਹਾਤਮਾ ਬਣ ਗਏ। ਤੇ ਗੁਰੂ ਨਾਨਕ ਸਾਹਿਬ ਨੂੰ ਅਗਰ ਦੇਖਦੇ ਹਾਂ ਤਾਂ ਜਦੋਂ ਪਿਤਾ ਮਹਿਤਾ ਕਾਲੂ ਨੇ, ਉਹ ਜਿਹੜਾ ਘਰ ਹੈ ਜਿੱਥੇ ਜਨਮ ਹੋਇਆ ਸਰੀਰ ਦਾ ਸਰੂਪ ਦਾ ਗੁਰੂ ਨਾਨਕ ਸਾਹਿਬ ਦਾ, ਉਹ ਕੱਟੜ ਹਿੰਦੂ, ਤੇ ਉੱਥੇ ਗਾਇਤਰੀ ਮੰਤਰ ਪੜ੍ਹਿਆ ਜਾ ਰਿਹਾ, ਉੱਥੇ ਗੀਤਾ ਪੜ੍ਹੀ ਜਾ ਰਹੀ, ਉਹ ਸਾਰਾ ਕੁਝ ਉਵੇਂ ਹੋ ਰਿਹਾ। ਤੇ ਉੱਥੇ ਜਨੇਊ ਦੀ ਪ੍ਰਥਾ ਵੀ ਹੋ ਰਹੀ ਹੈ। ਜਨੇਊ ਜਦੋਂ ਪਾਉਣ ਲੱਗੇ ਨੇ, ਜਦੋਂ ਪਾਉਣ ਲੱਗੇ ਨੇ, ਇਹਨੂੰ ਪਕੜ ਲੈਣਾ। ਵਿਅਕਤੀਤਾ ਕੀ ਚੀਜ਼ ਹੈ ਮੇਰੇ ਲਈ, ਮੈਂ ਦਿਲੋਂ ਚਾਹੁੰਦਾ ਕੀ ਗੱਲ ਸਮਝ ਆ। ਜਨੇਊ ਪਾਉਣ ਲੱਗੇ ਤੇ 100-200 ਬੰਦਾ ਇਕੱਠਾ ਵੀ ਕੀਤਾ ਵੀ ਭਾਈ ਜਨੇਊ ਪਾਓ, ਮੁੰਡੇ ਦੇ ਜਨੇਊ ਪਾਉਣ। 14 ਕੁ ਸਾਲ ਦੀ ਅੰਦਾਜ਼ੇ ਦੇ ਮੁਤਾਬਿਕ ਉਹਨਾਂ ਦੀ ਉਮਰ, ਉਸ ਸਰੀਰ ਦੀ ਜੋ ਉਮਰ ਉਹਨਾਂ ਦੀ ਹੈ, ਤੇ ਸਾਰੇ ਇਕੱਠੇ ਕਰ ਲਏ ਨੇ। ਤੇ ਪ੍ਰੋਹਿਤ ਵੀ ਆਇਆ ਜਿਹਨੇ ਜਨੇਊ ਪਾਉਣਾ, ਜਨੇਊ ਪਾ ਰਿਹਾ, ਉਹੀ ਪ੍ਰਥਾ, ਉਹੀ ਦੱਸ ਰਿਹਾ ਐਂ ਕਰ ਲਓ ਜਿਹੜੀ ਪ੍ਰਥਾ ਹੈ। ਤੇ ਮੈਂ ਇਨ ਸ਼ਾਰਟ ਗੱਲ ਕਰ ਰਿਹਾ, ਮੈਂ ਉਹਦਾ ਇਤਿਹਾਸ ਨਹੀਂ ਸੁਣਾਉਣਾ, ਮੈਂ ਸ਼ਾਰਟ ਗੱਲ ਇਹ ਹੈ ਕਿ ਸਮਝ ਵਿੱਚ ਆਵੇ ਮੈਂ ਕਹਿਣਾ ਕੀ। ਹੋਇਆ ਕੀ ਹੈ, ਗੁਰੂ ਨਾਨਕ ਸਾਹਿਬ ਮਹਾਰਾਜ ਪ੍ਰਸ਼ਨ ਕਰਦੇ ਨੇ ਪਾਂਧੇ ਨੂੰ, ਜਿਹੜਾ ਵਾਹਿਗੁਰੂ ਜਿਹੜਾ ਪ੍ਰੋਹਿਤ ਆਇਆ, ਉਹਨੂੰ ਪ੍ਰਸ਼ਨ ਕਰਦੇ ਨੇ ਇਹ ਜਨੇਊ ਕੀ ਚੀਜ਼ ਹੈ, ਇਹ ਹੈ ਕੀ ਚੀਜ਼? ਉਹ ਕਹਿੰਦੇ ਜਨੇਊ। ਅੱਛਾ ਜੀ ਕਿਉਂ ਪਾਉਣਾ, ਕੀ ਹੋਊਗਾ ਇਹਦੇ ਨਾਲ? ਉਹ ਕਹਿੰਦਾ ਵੀ ਇਹਦੇ ਨਾਲ ਬੰਦਾ ਦੁਇਜ ਹੋ ਜਾਂਦਾ, ਜੋ ਦੁਇਜ ਦਾ ਅਰਥ ਬਣਦਾ ਦੂਸਰਾ ਜਨਮ। ਤੇ ਗੁਰੂ ਨਾਨਕ ਸਾਹਿਬ ਪ੍ਰਸ਼ਨ ਕਰਦੇ ਨੇ, ਕਹਿੰਦੇ ਵੀ ਸੋਚ ਸਮਝ ਕੇ ਦੱਸ, ਇਹ ਧਾਗਾ ਪਾਉਣ ਨਾਲ ਹੀ ਬੰਦੇ ਦਾ ਦੂਜਾ ਜਨਮ ਹੋ ਜਾਂਦਾ? ਤੇ ਉਹ ਆਸਾ ਦੀ ਵਾਰ ਦੇ ਵਿੱਚ ਜਿਹੜੀਆਂ ਗੁਰੂ ਨੇ ਧੱਚੀਆਂ ਉਡਾਈਆਂ ਉਹ ਆਪ ਸਾਰੇ ਜਾਣਦੇ, ਮੈਂ ਉਹ ਨਹੀਂ ਖੋਲ੍ਹਣਾ। ਮੈਂ ਕਹਿਣਾ ਕੀ ਚਾਹ ਰਿਹਾ, ਵਿਅਕਤੀਤਾ ਹੈ, ਉੱਥੇ ਧਰਮ ਨਹੀਂ, ਉੱਥੇ ਮਜ਼ਹਬ ਨਹੀਂ ਸੀ, ਮਜ਼ਹਬ ਦੇ ਵਿੱਚ ਫਸੇ ਹੀ ਨਹੀਂ। ਉਹ ਕਹਿੰਦੇ ਮੈਂ ਨਹੀਂ ਪਾਉਣਾ, ਮੈਂ ਪਾਉਣਾ। ਪਹਿਲਾਂ ਕਹਿੰਦੇ ਮੇਰੀ ਭੈਣ ਨੂੰ ਪਾ ਦੇ, ਮੇਰੀ ਮਾਂ ਨੂੰ ਪਾ ਦੇ। ਉਹ ਕਹਿੰਦੇ ਬੀਬੀ ਪਾ ਨਹੀਂ ਸਕਦੀ, ਉਹ ਕਹਿੰਦੇ ਜੀ ਨਹੀਂ ਪਾ ਸਕਦੇ, ਆ ਲੈ। ਤੇ ਫਿਰ ਜਦੋਂ ਅਸੀਂ ਉਸ ਜਾਲ ਦੇ ਵਿੱਚ ਪਾ ਰਹੇ, ਮੈਂ ਜਾਲ ਮੇਰੇ ਮਤਲਬ ਇਹ ਹੈ ਕਿ ਜਿਹੜਾ ਕੋਈ ਮਜ਼ਹਬ ਵਿੱਚ ਜਾ ਰਿਹਾ ਹੈ, ਉਹਨੂੰ ਅਡੋਪਟ ਕਰਦਾ ਹੈ, ਉਹਦੇ ਵਿੱਚ ਜਾ ਰਿਹਾ ਹੈ, ਬਹੁਤ ਚੰਗੀ ਗੱਲ ਹੈ ਕਿ ਉਹ ਜਾਵੇ, ਪਰ ਉਸ ਤੋਂ ਸਮਝ ਲੈ ਕੇ ਅੱਗੇ ਵਧੇ। ਗੁਰੂ ਗ੍ਰੰਥ ਸਾਹਿਬ ਮੇਰੇ ਲਈ, ਮੈਂ ਇਹ ਕਹਿ ਰਹਾ ਕਿ ਖਜ਼ਾਨਾ ਇੰਨਾ ਮਹਾਨ ਖਜ਼ਾਨਾ ਗਿਆਨ ਦਾ ਕਿ ਸਾਇੰਟਿਸਟ ਵੀ ਫਿੱਕੇ, ਮੈਨੂੰ ਕਹਿਣ 'ਚ ਸੰਕੋਚ ਅਗਰ ਕੋਈ ਸਮਝੇ। ਪਰ ਹੁਣ ਜੇ ਅਸੀਂ ਉਸ ਗ੍ਰੰਥ ਦੀ, ਉਸ ਮਹਾਨ ਗਿਆਨ ਦੀ ਪੂਜਾ 'ਚ ਹੀ ਲੱਗ ਜਾਵਾਂਗੇ ਤਾਂ ਗਿਆਨ ਕਿੱਥੋਂ ਆਵੇ? ਵਿਅਕਤੀਤਾ ਤਾਂ ਖਤਮ ਹੋ ਜੂ। ਤੇ ਗੁਰੂ ਕੀ ਕਹਿਣਾ ਚਾਹੁੰਦੇ ਨੇ ਕਿ ਰਾਹ ਤੈਨੂੰ ਦੇਤਾ, ਇਹ ਰਾਹ ਤੋਂ ਅੱਗੇ ਵਧਣਾ, ਇਹ ਸ਼ਬਦ ਤੈਨੂੰ ਦੇਤਾ, ਇਹ ਸ਼ਬਦ ਤੋਂ ਨਿਸ਼ਬਦ ਤੱਕ ਤੂੰ ਜਾਣਾ। ਕੀ ਹੈ ਗੁਰੂ ਕੀ ਸਮਝਾ ਰਹੇ ਨੇ? ਮਨ ਤੂੰ ਜੋਤ ਸਰੂਪ ਹੈ, ਤੇਰੇ ਤੇ ਮੇਰੇ ਵਿੱਚ ਕੋਈ ਫਰਕ। ਤੇ ਪੁਜਾਰੀ ਜੋ ਸਮਝਾਉਣਾ ਚਾਹੁੰਦਾ ਹੈ ਕਿ ਅਸੀਂ ਗੁਰੂ ਵਰਗੇ ਹੋ ਹੀ ਨਹੀਂ ਸਕਦੇ। ਗੁਰੂ ਕਹਿੰਦੇ ਤੇਰੇ ਤੇ ਮੇਰੇ 'ਚ ਤਾਂ ਕੋਈ ਫਰਕ ਨਹੀਂ।
ਹੁਣ ਸਾਇੰਟਿਸਟ ਵੀ ਕਈ ਮੱਤਾਂ ਹੁਣ ਮਿਲਦੀਆਂ ਨਹੀਂ ਹੈ। ਹੁਣ ਜਿਵੇਂ ਕੋਈ ਕਹਿ ਰਿਹਾ ਸੀ ਆਇਨਸਟੀਨ ਵਰਗੇ ਦਾ, ਕਹਿੰਦੇ ਜੀ ਉਹਦਾ ਦਿਮਾਗ ਚੈੱਕ ਕਰਕੇ ਰੱਖੋ ਜੀ, ਉਹਨੂੰ ਜਦੋਂ ਸਰੀਰ ਛੱਡੇਗਾ ਤਾਂ ਉਹਦਾ ਦਿਮਾਗ ਚੈੱਕ ਕਰਾਂਗੇ ਵੀ ਉਹ ਤਾਂ ਸਪੈਸ਼ਲ ਹੈ। ਸਾਇੰਟਿਸਟ ਵੀ ਐਸੀ ਬੇਵਕੂਫੀਆਂ ਕਰਦੇ ਵੀ ਭਾਈ ਦਿਮਾਗ ਤਾਂ ਉਹਨਾਂ ਦਾ ਆਮ ਬੰਦੇ ਵਰਗਾ ਹੀ ਸੀ, ਪਰ ਉਹ IQ ਜਿਹੜਾ ਹੈ, IQ ਦਾ ਮੀਨਿੰਗ ਹੁੰਦਾ ਹੈ ਦਿਮਾਗ ਦੀ ਪਾਵਰ। ਦਿਮਾਗ ਸਾਰਿਆਂ ਕੋਲ ਇੱਕੋ ਜਿਹਾ, ਬ੍ਰੇਨ ਸਾਰਿਆਂ ਕੋਲ ਇੱਕੋ ਜਿਹਾ, ਬ੍ਰੇਨ ਦੀ ਪਾਵਰ ਅਲੱਗ-ਅਲੱਗ ਹੁੰਦੀ, IQ ਅਲੱਗ-ਅਲੱਗ, ਉਹਨੂੰ ਕਹਿੰਦੇ ਪਾਵਰ। IQ ਕਿਹਦਾ ਵਧੇਗਾ? ਜਿਹਦੀ ਸਮਝ ਵਧੇਗੀ। ਸਮਝ ਕਿਹਦੀ ਵਧੇਗੀ? ਜਿਹੜਾ ਆਪਣੇ ਨੇੜੇ ਆਏਗਾ। ਸਮਝ ਦਾ ਨਾਮ ਹੀ ਗਿਆਨ ਹੈ, ਸਮਝ ਦਾ ਨਾਮ ਹੀ ਵਿਅਕਤੀ ਹੈ। ਮੈਂ ਬਾਰ-ਬਾਰ ਰਿਪੀਟ, ਮਜ਼ਹਬ ਜਿਹੜਾ ਹੈ ਉਹ ਸਮਝ ਘਟਾ ਰਿਹਾ, ਵਧਾ ਨਹੀਂ ਰਿਹਾ, ਉਹਦੇ ਵਿੱਚ ਫਸਾ ਰਿਹਾ। ਜਦੋਂ ਤੁਸੀਂ ਗੁਰੂ ਨੂੰ ਸਮਝੋਗੇ ਤਾਂ ਗੁਰੂ ਕਹਿਣਗੇ ਆਪਣੇ ਵੱਲ ਦੇਖ, ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਨੇਪਾ, ਤੋਂ ਹੀ ਸੰਗ ਸਮਾਈ, ਕਿਹਨੂੰ ਲੱਭਦਾ ਫਿਰਦਾ ਤੂੰ ਹੀ, ਕਿਹਨੂੰ ਲੱਭਦਾ। ਗਿਆਨ ਇਕੱਠਾ ਕਰਨਾ, ਅੰਦਰੋਂ ਗਿਆਨ, ਸਮਝ ਤੈਨੂੰ ਅੰਦਰੋਂ ਮਿਲੇਗੀ, ਸਭ ਕੁਝ ਤੈਨੂੰ ਅੰਦਰੋਂ ਮਿਲੇਗਾ, ਬਾਹਰ ਕਿੱਥੇ ਲੱਭਦਾ ਫਿਰ। ਤੇ ਸਾਨੂੰ ਪੁਜਾਰੀ ਸਿਖਾ ਰਿਹਾ ਇੱਥੇ ਮੱਥਾ ਟੇਕਣਾ, ਇੱਥੇ ਆਹ ਕਰਨਾ, ਇੱਥੇ ਗੁਰੂ ਨੇ ਮਰਿਆਦਾ 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 ਮਰਿਆਦਾ, ਮੁਬਾਰਕ ਹੈ ਮਰਿਆਦਾ, ਪਰ ਉਹ ਮਰਿਆਦਾ ਓਨੀ ਦੇਰ ਹੈ ਜਿੰਨੀ ਦੇਰ ਅਸੀਂ ਸਮਝ ਲਓ ਵੀ ਇੱਥੋਂ ਗੱਡੀ 'ਤੇ ਚੜ੍ਹੇ, ਅਸੀਂ ਦਿੱਲੀ ਜਾਣਾ, ਅਸੀਂ ਦਿੱਲੀ ਜਾਣਾ, ਅਸੀਂ ਇੱਥੇ ਗੱਡੀ 'ਤੇ ਚੜ੍ਹ ਗਏ ਹਾਂ। ਹੁਣ ਦਿੱਲੀ ਜਾਣ ਲਈ ਗੱਡੀ ਦੀ ਲੋੜ ਸੀ, ਇੱਕ ਗੱਡੀ 'ਤੇ ਅਸੀਂ ਸਾਰੇ ਬਹਿ ਗਏ, ਗੱਡੀ ਦੀ ਲੋੜ ਸੀ, ਮੁਬਾਰਕ ਹੈ, ਗੱਡੀ ਦਾ ਧੰਨਵਾਦ ਹੈ, ਗੱਡੀ 'ਤੇ ਅਸੀਂ ਲੈਣਾ, ਗੱਡੀ 'ਤੇ ਬਹਿ ਗਏ। ਫਿਰ ਉਹ ਗੱਡੀ ਨੂੰ ਰੋਡ 'ਤੇ ਵੀ ਲੈ ਕੇ ਜਾਣਾ, ਅਤੇ ਰੋਡ ਉਹੀ ਰੱਖਣੀ ਹੈ ਜਿਹੜੀ ਦਿੱਲੀ ਨੂੰ ਜਾਂਦੀ। ਜਦੋਂ ਹੀ ਅਸੀਂ ਦਿੱਲੀ ਪਹੁੰਚ ਜਾਵਾਂਗੇ ਉਦੋਂ ਉਹ ਗੱਡੀ ਦੀ ਲੋੜ ਨਹੀਂ ਰਹੇਗੀ। ਇਹ ਮੈਂ ਹੁਣ ਕਰੜੇ ਲਫ਼ਜ਼ ਜਿਹੜੇ ਮੈਂ ਬੋਲ ਦੇਵਾਂ, ਕਿਸੇ 'ਤੇ ਸੱਟ ਨਹੀਂ ਹੈ, ਪਰ ਜਿਹੜਾ ਸਮਝ ਵਾਲਾ, ਜਿਹੜਾ ਓਪਨ ਮਾਈਂਡ ਪਰਸਨ ਹੈ ਉਹ ਸਮਝ। ਨਿਊਟਨ ਜਿਹੜਾ ਪਰਸਨ, ਜਿਹੜਾ ਉਹ ਕੱਟੜ ਜਿਹੜਾ ਹੈ ਉਹ ਧਿਆਨ ਨਾਲ ਜ਼ਿਆਦਾ ਸਮਝ। ਜਿਹੜਾ ਗਿਆਨ ਹੈ, ਜਿਹੜਾ ਮਜ਼ਹਬ ਹੈ ਉਹ ਗਿਆਨ, ਮਜ਼ਹਬ ਤੋਂ ਅਸੀਂ ਗਿਆਨ ਲੈਣਾ, ਭਾਵੇਂ ਹਿੰਦੂ ਮਤ ਹੈ, ਜੈਨ ਹੈ, ਪਾਰਸੀ ਹੈ, ਬੋਧੀ ਹੈ, ਅਸੀਂ ਗਿਆਨ ਲੈਣਾ, ਲੈ ਲਓ। ਗਿਆਨ ਨੂੰ ਮੈਨੂੰ ਜੋ ਸਮਝ ਆਇਆ ਹੈ, ਜੋ ਪਤਾ ਲੱਗਿਆ, ਜੋ ਐਂ ਕਹਿ ਲਓ ਕਿ ਗਿਆਨ ਮੇਰੇ ਲਈ ਕੀ ਹੈ, ਗਿਆਨ ਦਾ ਮਤਲਬ ਕੀ ਹੈ, ਮਜ਼ਹਬ ਦਾ ਮਤਲਬ ਕੀ ਹੈ। ਗਿਆਨ ਐਵੇਂ ਹੈ, ਚਲੋ ਲਫ਼ਜ਼ ਥੋੜ੍ਹੇ ਹੋ ਸਕਦੇ ਗਲਤ ਹੋਣ, ਪਰ ਇਹ ਜੇ ਕੋਈ ਉਹਦਾ ਮੀਨਿੰਗ ਸਮਝੇ। ਗਿਆਨ ਐਵੇਂ ਹੈ ਜਿਵੇਂ ਅਸੀਂ ਘਰ ਦੇ ਅੰਦਰ ਰੋਜ਼ ਝਾੜੂ ਲਾਉਂਦੇ, ਘਰ ਗੰਦਾ, ਰੋਜ਼ ਮਿੱਟੀ ਪੈਂਦੀ ਹੈ, ਗੰਦਾ ਹੋ ਰਿਹਾ, ਅਸੀਂ ਰੋਜ਼ ਝਾੜੂ ਲਾਉਂਦੇ, ਝਾੜੂ ਅਸੀਂ ਲਾ ਲਿਆ, ਪੋਚਾ ਅਸੀਂ ਲਾ ਲਿਆ, ਆਹ ਫਰਸ਼ ਜਿਹੜਾ ਉਹ ਸਾਫ਼ ਹੋ। ਝਾੜੂ ਦੇ ਨਾਲ, ਪੋਚੇ ਦੇ ਨਾਲ ਅਸੀਂ ਫਰਸ਼ ਕੀਤਾ ਸਾਫ਼। ਉਸ ਤੋਂ ਬਾਅਦ ਅਗਰ ਉਹੀ ਪੋਚਾ ਅਸੀਂ ਡਰਾਇੰਗ ਰੂਮ 'ਚ ਸੈਂਟਰ 'ਚ ਰੱਖ ਦਈਏ, ਉਹੀ ਪੋਚਾ ਝਾੜੂ ਅਸੀਂ ਸੈਂਟਰ 'ਚ ਰੱਖ ਦਈਏ, ਤਾਂ ਉਹੀ ਝਾੜੂ, ਉਹੀ ਪੋਚਾ ਗੰਦਗੀ ਲੱਗਦੀ। ਤੇ ਕੋਈ ਬੰਦਾ ਕਵੇ ਵੀ ਅਸੀਂ ਕਹੀਏ ਵੀ ਇਹਨੂੰ ਸਾਈਡ 'ਤੇ ਰੱਖ ਕੇ ਆਓ ਜੀ, ਬਾਹਰ ਰੱਖ ਕੇ ਆਓ ਝਾੜੂ ਨੂੰ, ਤੇ ਬੰਦਾ ਕਹਿੰਦਾ ਲੈ ਜੀ ਇਸੇ ਨੇ ਤਾਂ ਸਫਾਈ ਕੀਤੀ ਹੈ, ਇਹਦੇ ਕਰਕੇ ਤਾਂ ਘਰ ਸਾਡਾ ਸਾਫ਼ ਰਹਿੰਦਾ ਹੈ, ਇਹਨੂੰ ਕਿਵੇਂ ਸਾਈਡ 'ਤੇ ਰੱਖ ਦੇ। ਪਰ ਉਹਨੂੰ ਕੋਈ ਸਮਝਾਉਣ ਵਾਲਾ ਹੋਵੇ ਵੀ ਭਾਈ ਇਹਦਾ ਕੰਮ ਸੀਗਾ ਗੰਦਗੀ ਨੂੰ ਸਾਫ਼ ਕਰਨਾ, ਹੁਣ ਸਾਫ਼ ਹੋ ਗਿਆ, ਇਹਨੂੰ ਸਾਈਡ 'ਤੇ ਰੱਖ। ਮੇਰੇ ਲਈ ਸ਼ਬਦ, ਮੇਰੇ ਲਈ ਮਜ਼ਹਬ ਐਵੇਂ ਹੀ ਹੈ। ਆ ਜਿਹੜੀ ਗੰਦਗੀ ਹੈ, ਆ ਜਿਹੜਾ ਬੋਝ ਹੈ, ਆ ਜਿਹੜੀਆਂ ਉਲਝਣਾਂ ਨੇ, ਇਹਨੂੰ ਉਹਦੇ ਨਾਲ ਸਾਫ਼ ਕਰ। ਜਦੋਂ ਹੀ ਖਾਲੀ ਹੋ ਗਿਆ, ਮਨ ਤੋਂ ਜੋਤ ਸੀ। ਗੁਰੂ ਨਾਨਕ ਤੇ ਸਾਡੇ ਵਿੱਚ ਕੋਈ ਗੱਲ ਖਤਮ ਹੋ। ਹੁਣ ਦਿੱਲੀ ਜਦੋਂ ਪਹੁੰਚ ਹੀ ਗਏ ਆ, ਗੱਡੀ ਦੀ ਲੋੜ ਹੀ, ਮੈਂ ਐਵੇਂ ਮਹਿਸੂਸ ਕਰਦਾ ਮਜ਼ਹਬ ਜਿਹੜਾ ਉਹ ਰਾਹ ਹੈ, ਰਸਤਾ ਹੈ, ਅਤੇ ਉਹ ਰਾਹ 'ਤੇ ਕਿਸੇ ਵੀ ਰਾਹ 'ਤੇ ਅਸੀਂ ਚੱਲ ਸਕਦੇ ਹਾਂ, ਜਿੱਥੇ ਮਰਜ਼ੀ ਜਿਵੇਂ ਮਰਜ਼ੀ ਚੱਲੇ। ਮੁਬਾਰਕ, ਕੋਈ ਅੰਮ੍ਰਿਤ ਛਕੇ, ਕੋਈ ਜਨੇਊ ਪਾਏ, ਮੈਂ ਐਂਟੀ ਨਹੀਂ ਹਾਂ ਕਿਸੇ ਦੀ, ਚੱਲੇ, ਪਰ ਸਮਝ ਲੈਣੀ ਹੈ, ਉਸ ਤੋਂ ਅੱਗੇ ਵਧਣਾ ਹੈ। ਜਦੋਂ ਸਮਝ ਹੋਵੇਗੀ ਤਾਂ ਜੀਵਨ 'ਚ ਕ੍ਰਾਂਤੀ ਆਵੇਗੀ, ਨਹੀਂ ਤਾਂ ਉਹ ਘੁੰਮਣ ਘੇਰੀ ਬਣੀ ਰਹੇਗੀ, ਉਹੀ ਉਲਝਣਾਂ, ਉਹੀ ਪਰੇਸ਼ਾਨੀਆਂ ਰਹਿਣਗੀਆਂ। ਮੈਨੂੰ ਮਿਲਦੇ ਹੀ ਨਹੀਂ, ਕਈ ਕਹਿੰਦੇ ਨੇ ਵੀ ਇੰਨੀ ਦੇਰ ਹੋ ਗਈ ਜੀ ਸਾਰਾ ਕੁਝ ਕਰਦਿਆਂ ਨੂੰ, ਪਰ ਮਨ ਤਾਂ ਸ਼ਾਂਤ ਹੋ ਜਾਵੇ। ਹੋਇਆ ਕੀ ਸੀ? ਜਿਸ ਗਿਆਨ ਨੇ ਹਲਕਾ ਕਰਨਾ ਸੀ, ਜਿਸ ਗਿਆਨ ਨੇ ਖਾਲੀ ਕਰਨਾ ਸੀ, ਉਹ ਗਿਆਨ ਸਿਰ ਦਾ ਬੋਝ ਬਣ ਗਿਆ।
ਇਹਦਾ ਮਤਲਬ ਮੈਂ ਇਹ ਨਹੀਂ ਕਹਿ ਰਿਹਾ ਕਿ ਗਿਆਨ ਨਹੀਂ ਪੜ੍ਹਨਾ। ਜਦੋਂ ਗੁਰੂ ਦੀ ਭਾਸ਼ਾ 'ਚ ਆਪਾਂ ਗੱਲ ਕਰਦੇ ਹਾਂ ਤਾਂ ਪੜ੍ਹ ਪੜ੍ਹ ਗੱਡੀ ਲੱਦੀ ਹੈ, ਤਾਂ ਉਹਦਾ ਅਰਥ ਇਹ ਹੈ ਕਿ ਜਦੋਂ ਪੜ੍ਹ ਪੜ੍ਹ ਕੇ ਗੱਡੇ ਲੱਦ ਲਵਾਂਗੇ, ਉਹ ਚੀਜ਼ ਜਦੋਂ ਸਾਡੀ ਪ੍ਰੈਕਟੀਕਲ ਨਹੀਂ ਹੋਏਗੀ, ਉਹ ਸਾਡੇ ਕਿਰਦਾਰ 'ਚ ਨਹੀਂ ਹੋਏਗੀ, ਤਾਂ ਉਹੀ ਗਿਆਨ ਬੋਝ ਬਣੇ। ਇਹਨੂੰ ਆਪਾਂ ਸਮਝੀਏ। ਉਮੀਦ ਹੈ ਗੱਲ ਮੇਰੀ ਪਕੜ 'ਚ ਆਈ ਹੈ ਜੋ ਮੈਂ ਕਹਿਣਾ ਚਾਹੁੰਦਾ। ਜਿਵੇਂ ਹੁਣ ਐਸਾ ਕਹਿ ਰਹੇ ਸੀ ਵੀ ਆਪਾਂ ਸ਼ਾਰਟ ਗੱਲ ਕਰੀਏ, ਆਪਣੇ ਵੱਲੋਂ ਮੇਰੀ ਕੋਸ਼ਿਸ਼ ਸੀ ਵੀ ਅੱਗੇ ਨਾਲੋਂ ਮੈਂ ਥੋੜ੍ਹਾ ਜਿਹਾ ਉਵੇਂ ਬੋਲਿਆ। ਕੋਈ ਪ੍ਰਸ਼ਨ ਹੋਵੇ, ਕੋਈ ਸੁਝਾਅ ਹੋਵੇ ਤਾਂ ਹੱਥ ਜੋੜ ਕੇ ਬੇਨਤੀ ਆ, ਕਮੈਂਟ ਕਰਕੇ ਦੱਸੋ। ਅਤੇ ਜ਼ਰੂਰੀ ਨਹੀਂ ਹੈ ਕਿ ਜੋ ਮੈਂ ਕਹਿ ਰਿਹਾ ਉਹ ਆਖਰੀ ਸੱਚ ਹੈ। ਮੈਂ ਬਾਰ-ਬਾਰ ਕਹਿੰਦਾ ਸਮਝ ਨੂੰ ਵਧਾਉਣਾ, ਸਮਝ ਨੂੰ ਅੱਗੇ ਲੈ ਕੇ ਜਾਣਾ। ਸ਼ਰਧਾ ਅਲੱਗ ਚੀਜ਼ ਹੈ, ਸਮਝ ਅਲੱਗ ਚੀਜ਼। ਜਦੋਂ ਇਕੱਲੀ ਸ਼ਰਧਾ ਹੋਏਗੀ, ਸ਼ਰਧਾ ਤੁਹਾਨੂੰ ਸਮਝ ਆਉਣ ਹੀ ਨਹੀਂ ਦਿੰਦੀ। ਪੁਜਾਰੀ ਵਰਗ ਕਹਿ ਰਿਹਾ ਸ਼ਰਧਾ ਕਰੋ, ਸ਼ਰਧਾ ਕਰੋ, ਸ਼ਰਧਾ ਕਰੋ, ਸ਼ਰਧਾ ਕਰੋ। ਅਤੇ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਵਰਗਿਆਂ ਨੂੰ, ਕਬੀਰ ਵਰਗਿਆਂ ਨੂੰ, ਫਰੀਦ ਵਰਗਿਆਂ ਨੂੰ, ਮਹਾਤਮਾ ਬੁੱਧ ਵਰਗਿਆਂ ਨੂੰ ਵੀ ਪੁੱਛਾਂਗੇ ਤਾਂ ਉਹ ਕਹਿਣਗੇ ਭਾਈ ਹੋਸ਼ ਵਧਾ, ਹੋਸ਼ 'ਚ ਆ। ਸ਼ਰਧਾ ਤਾਂ ਅਸੀਂ ਉਹਦੇ 'ਤੇ, ਮੈਂ ਇੱਕ ਗੱਲ ਸ਼ਰਧਾ 'ਤੇ ਮੈਨੂੰ ਯਾਦ ਆਈ, ਆਖਰੀ ਗੱਲ ਕਹਿ ਕੇ ਫਿਰ ਆਪਾਂ ਸਮਾਪਤੀ ਕਰੀਏ। ਕਹਿੰਦੇ ਜੀ ਵਿਵੇਕਾਨੰਦ ਕਿਤੇ ਸੰਬੋਧਨ ਕਰ ਰਹੇ ਸੀ, ਬੈਠੇ ਸੀ, ਉਹਨਾਂ ਦਾ ਤਰਕ ਬੜੇ ਸੀ, ਬੜੀ ਉਹਨਾਂ ਦੀ ਜ਼ਬਰਦਸਤ ਗੱਲਬਾਤ ਸੀ। ਮੈਂ ਜੋ ਉਹਨਾਂ ਨੂੰ ਸਮਝਿਆ, ਨੌਜਵਾਨਾਂ ਨੂੰ ਉਹ ਕਹਿ ਰਹੇ ਸੀ ਅਤੇ ਕਹਿੰਦੇ ਵਿੱਚੋਂ ਹੀ ਕੋਈ ਨੌਜਵਾਨ ਉੱਠਿਆ ਅਤੇ ਨੌਜਵਾਨ ਕਹਿੰਦਾ ਵੀ ਸਾਡੀ ਜ਼ਿੰਦਗੀ ਦੇ ਵਿੱਚ ਅੰਧ ਵਿਸ਼ਵਾਸ ਦਾ ਕੀ ਰੋਲ ਹੈ, ਸ਼ਰਧਾ ਦਾ ਕੀ ਰੋਲ ਹੈ। ਸ਼ਰਧਾ ਹੋਣੀ ਚਾਹੀਦੀ ਹੈ ਕਿ ਨਹੀਂ ਹੋਣੀ ਚਾਹੀਦੀ? ਅੰਧ ਵਿਸ਼ਵਾਸ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ? ਵਿਸ਼ਵਾਸ ਹੋਣਾ ਚਾਹੀਦਾ ਕਿ ਨਹੀਂ ਹੋਣਾ? ਵਿਵੇਕਾਨੰਦ ਕਹਿੰਦੇ ਨੇ, ਉਹ ਗੱਲ ਸਮਝ ਗਏ ਵੀ ਕਹਿਣਾ ਕੀ ਚਾਹੁੰਦਾ, ਕੀ ਜਾਣ ਬੁੱਝ ਕੇ ਇਸ ਤਰ੍ਹਾਂ ਦਾ ਪ੍ਰਸ਼ਨ ਕਰਦਾ। ਉਹਨਾਂ ਨੇ ਬੜੇ ਤਰੀਕੇ ਨਾਲ ਉਹਨਾਂ ਨੇ ਜੋ ਜਵਾਬ ਦਿੱਤਾ, ਉਹੀ ਗੱਲ ਮੇਰੀ ਜੋ ਮੈਨੂੰ ਸਮਝ ਆਈ। ਉਹ ਕਹਿੰਦੇ ਨੇ, ਕਹਿੰਦੇ ਅੰਧ ਵਿਸ਼ਵਾਸ ਵੀ ਹੋਣਾ ਚਾਹੀਦਾ, ਵਿਸ਼ਵਾਸ ਹੋਣਾ ਚਾਹੀਦਾ, ਸ਼ਰਧਾ ਹੋਣੀ ਚਾਹੀਦੀ। ਅੱਛਾ, ਪਰ ਜਿਸ 'ਤੇ ਸ਼ਰਧਾ ਕਰ ਰਹੇ ਹੋ ਨਾ, ਜਿਸ 'ਤੇ ਅੰਨਾ ਵਿਸ਼ਵਾਸ ਕਰ ਰਹੇ ਹੋ, ਉਹ ਅੰਨਾ ਨਹੀਂ ਹੋਣਾ ਚਾਹੀਦਾ। ਉਮੀਦ ਹੈ ਗੱਲ ਪਕੜ ਵਿੱਚ ਆਈ। ਅੱਜ ਇੰਨੀਆਂ ਕੀ ਬੇਨਤੀਆਂ ਪ੍ਰਵਾਨ ਹੋਈਆਂ ਬੇਅੰਤ ਭੁੱਲਾਂ ਦੀ ਪਹਿਲਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਹੈ ਭਾਈ ਨਵਸੇਰ ਸਿੰਘ ਜੀ ਹੋਰਾਂ ਦਾ, ਜਿਨ੍ਹਾਂ ਨੇ ਬਹੁਤ ਖੂਬਸੂਰਤ ਤਰੀਕੇ ਦੇ ਨਾਲ ਅਧਿਆਤਮਵਾਦ ਨੂੰ ਵੀ, ਬੁੱਧ ਧਰਮ ਨੂੰ ਵੀ, ਜੈਨ ਧਰਮ ਨੂੰ ਵੀ, ਸਾਰਿਆਂ ਨੂੰ ਕੋਰਲੇਟ ਕਰਕੇ ਜਿਹੜੀ ਵਿਅਕਤੀ ਨੂੰ ਵਿਅਕਤੀ ਬਣਨ ਦੀ ਗੱਲ ਸਾਨੂੰ ਦੱਸੀ ਹੈ। ਇਹ ਬਹੁਤ ਵੱਡੀ ਸੇਧ ਹੈ। ਵਿਅਕਤੀ ਨੂੰ ਆਪਣੇ ਆਪ ਨੂੰ ਪਛਾਣਨਾ ਬਹੁਤ ਜ਼ਰੂਰੀ ਹੈ। ਅੰਧ ਵਿਸ਼ਵਾਸ, ਅੰਧਾ ਜਿਹੜਾ ਸਾਡਾ ਸੋਚ ਹੈ ਅਸਲ 'ਚ, ਉਹ ਛੱਡ ਕੇ ਸਾਨੂੰ ਸੱਚਾਈ ਵੱਲ ਜਾਣਾ ਚਾਹੀਦਾ ਹੈ। ਕਿ ਸੱਚਿਆਰਾ ਹੋਈ ਹੈ ਕਿ ਕੂੜਤ ਉੱਤੇ ਪਾਰ, ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਹੈ। ਉਸੇ ਰੈਫਰੈਂਸ ਦੇ ਨਾਲ ਭਾਈ ਸਾਹਿਬ ਨੇ ਗੱਲ ਕੀਤੀ ਹੈ। ਸੋ ਆਪਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਸਾਨੂੰ ਸਭ ਤੋਂ ਪਹਿਲਾਂ ਤਾਂ ਇੱਕ ਦੂਜੇ ਨੂੰ ਸਮਝਾਉਣ ਦੀ ਬਜਾਏ ਆਪਣੇ ਆਪ ਨੂੰ ਖੋਜਣਾ ਚਾਹੀਦਾ ਹੈ। ਬੰਦੇ ਖੋਜ ਦਿਲ ਹਰ ਬੋਝ, ਫਿਰ ਨਾ ਹੀ ਪਰੇਸ਼ਾਨੀ ਮਾਹੇ। ਆਪਣੇ ਆਪ ਨੂੰ ਪਛਾਣੋ, ਆਪਣੇ ਆਪ ਨੂੰ ਸਮਝੋ, ਆਪਣੇ ਐਗਜ਼ਿਸਟੈਂਸ, ਆਪਣੀ ਹੋਂਦ ਸਮਝੋ, ਤਾਂ ਕਿ ਸਾਡੇ 'ਚ ਮਾਨਤਾ ਆਵੇ। ਜੇ ਸਾਡੇ 'ਚ ਮਾਨਤਾ ਆਏਗੀ ਤਾਂ ਸਾਡੇ ਨਾਲ ਕਾਫਲਾ ਜੁੜੇਗਾ। ਜੇ ਅਸੀਂ ਅੰਧ ਵਿਸ਼ਵਾਸ 'ਤੇ ਜੁੜੇ ਰਹਾਂਗੇ ਤਾਂ ਫਿਰ ਦੁਨੀਆ ਦਾ ਕੋਈ ਭਲਾ ਨਹੀਂ ਹੋ ਸਕਦਾ। ਸੋ ਅੱਜ ਦੀ ਇੰਨੀ ਕੁ ਬੇਨਤੀ, ਬਹੁਤ ਬਹੁਤ ਧੰਨਵਾਦ ਹੈ ਭਾਈ ਨਵਸੇਰ ਸਿੰਘ ਜੀ ਹੋਰਾਂ ਦਾ, ਸੋਹਣ ਜੀ ਹੋਰਾਂ ਦਾ, ਇਕੱਠੇ ਹੋਏ ਸੀ ਪਰਮਿੰਦਰ ਸਿੰਘ ਸੁਮੀ ਜੀ, ਜੋ ਸਪੈਸ਼ਲੀ ਇੱਦਾਂ ਦੀਆਂ ਜਿਹੜੀਆਂ ਮੁਲਾਕਾਤਾਂ ਹੈ ਉਹ ਕਰਾਉਂਦੇ ਰਹਿੰਦੇ ਹੈ, ਅਤੇ ਆਉਣ ਵਾਲੇ ਟਾਈਮ ਦੇ ਵਿੱਚ ਵੀ ਹਮੇਸ਼ਾ ਇਹ ਚੱਲਦੀਆਂ ਰਹਿਣਗੀਆਂ ਸਾਡੀਆਂ ਗੱਲਾਂ। ਅਤੇ ਮੇਰੀ ਬੇਨਤੀ ਹੈ ਕਿ ਵੱਧ ਤੋਂ ਵੱਧ ਤੁਸੀਂ ਇਹ ਰਿਸਪੌਂਸ ਦੇਣਾ ਹੈ ਅਤੇ ਦੱਸਣਾ ਹੈ ਕਿ ਤੁਹਾਨੂੰ ਇਹ ਗੱਲਾਂ ਕਿੱਦਾਂ ਦੀਆਂ ਲੱਗਦੀਆਂ ਹੈ। ਆਪਾਂ ਓਪਨ ਵੀ ਕਰ ਸਕਦੇ ਹਾਂ, ਓਪਨ ਵੀ ਫੰਕਸ਼ਨ ਰੱਖ ਸਕਦੇ ਹਾਂ, ਅਤੇ ਤੁਸੀਂ ਪਲੀਜ਼ ਇਹ ਰਿਸਪੌਂਸ ਜ਼ਰੂਰ ਦੇਣਾ ਹੈ। ਸਾਰੇ ਮਿੱਤਰਾਂ ਦੋਸਤਾਂ ਨੂੰ ਬੇਨਤੀ ਹੈ ਕਿ ਤੁਹਾਨੂੰ ਇਹ ਗੱਲਾਂ ਕਿੱਦਾਂ ਦੀਆਂ ਲੱਗਦੀਆਂ ਹੈ। ਜੇ ਸਾਡੇ 'ਚ ਕੋਈ ਕਮੀ ਹੈ ਜਾਂ ਬੋਲਣ 'ਚ ਕਮੀ ਹੈ, ਸਾਡੇ 'ਚ ਸਮਝਾਉਣ 'ਚ ਕਮੀ ਹੈ, ਕਿਉਂਕਿ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ, ਤੁਸੀਂ ਸਾਰੇ ਜਾਣਦੇ ਹੋ। ਇਨਸਾਨ ਭੁੱਲਣਹਾਰ ਹੈ, ਬੜੀਆਂ ਗੱਲਾਂ ਭੁੱਲ ਜਾਂਦਾ। ਤਾਂ ਸਾਨੂੰ ਬੇਨਤੀ ਹੈ ਹੱਥ ਬੰਨ੍ਹ ਕੇ ਕਿ ਸਾਡੀਆਂ ਗੱਲਾਂ ਚੰਗੀਆਂ ਲੱਗਦੀਆਂ ਤਾਂ ਕਮੈਂਟ ਜ਼ਰੂਰ ਦਿਓ, ਚੰਗਾ ਦਿਓ। ਜੇ ਗੱਲ ਸਮਝ ਨਹੀਂ ਆਉਂਦੀ ਤਾਂ ਸਾਨੂੰ ਦੱਸੋ ਕਿ ਕਿਸ ਤਰੀਕੇ ਨਾਲ ਤੁਹਾਡੇ ਨਾਲ ਗੱਲ ਕਰ ਸਕਦੇ ਹਾਂ।
ਇਹ ਸਿਲਸਿਲਾ ਅਸੀਂ ਜਾਰੀ ਰੱਖਾਂਗੇ। ਬਹੁਤ ਬਹੁਤ ਦੋਸਤਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।